ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ, ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪਾਂ ਸਾਰੇ ਰਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਸਜ ਕਰਕੇ ਗੁਰੂ ਮਹਾਰਾਜ ਦਾ ਜੋ ਪਵਿੱਤਰ ਜਸ ਹੈ ਉਹ ਕਰਨਾ ਅਤੇ ਸੁਣਨਾ ਹੈ। ਕਿਉਂਕਿ ਇਹ ਕੰਨ ਜਿਹੜੇ ਹੈ ਨਿਰੰਕਾਰ ਦਾ ਜਸ ਸੁਣਨ ਵਾਸਤੇ ਮਿਲੇ ਆ। ਇਹ ਕਹਿੰਦੇ ਇਹਨਾਂ ਕੰਨਾਂ ਨਾਲ ਗੁਰੂ ਦਾ ਜਸ ਨਹੀਂ ਸੁਣਦੇ, ਅਤੇ ਗ੍ਰੰਥਕਾਰ ਕਹਿੰਦੇ ਹਨ ਤੇ ਸ਼ਰਵਣ ਇਹੀ ਰੰਦਰ ਸਮਾਨਾ। ਉਹ ਜਿਹੜੇ ਕੰਨ ਆ ਉਹ ਤਾਂ ਸੱਪ ਦੀਆਂ ਖੁੱਡਾਂ ਦੀ ਨਿਆਈ ਆ। ਜੇ ਇਹਨਾਂ ਕੰਨਾਂ ਨਾਲ ਬਾਣੀ ਨਹੀਂ ਸੁਣਦੇ, ਗੁਰੂ ਦਾ ਜਸ ਨਹੀਂ ਸੁਣਦੇ। ਅਤੇ ਆਮ ਸੰਸਾਰ ਦਾ ਹੈ, ਹਰ ਜਸ ਸੁਣੇ ਨਾ, ਹਰੀ ਦਾ ਜਸ ਨਹੀਂ ਸੁਣਦੇ, ਨਾ ਕਰਦੇ ਬਾਤਨ ਹੀ ਬੈਕੁੰਠ। ਉਹ ਗੱਲਾਂ ਨਾ ਬੈਕੁੰਠ ਦੀਆਂ ਗੱਲਾਂ ਕਰਦੇ ਆ। ਪਰ ਇਹ ਮਾਰਗ ਹੈ ਕਮਾਈ ਦਾ, ਕਿਉਂ ਗੁਰੂ ਮਹਾਰਾਜ ਨੇ ਗੁਰਸਿੱਖ ਵਾਸਤੇ ਇਹ ਉਪਦੇਸ਼ ਦਿੱਤਾ ਕਿ ਗੁਰੂ ਦਾ ਜਿਹੜਾ ਸਿੱਖ ਆ ਉਹ ਪਹਿਲੀ ਗੱਲ ਤਾਂ ਇਹ ਹੈ, ਅੰਮ੍ਰਿਤ ਵੇਲੇ ਉੱਠੇ, ਉੱਠ ਕੇ ਸੌਚ ਆਦਿਕ ਜਿਹੜੀ ਕਿਰਿਆ ਉਹ ਕਰੇ। ਬਾਹਰ ਅੰਦਰ ਜਾਣਾ, ਇਹ ਦਾਤਣ ਵਗੈਰਾ ਜਾਂ ਦੰਦਾਂ ਦੀ ਸਫਾਈ ਦਾ ਜਿਹੜਾ ਸਾਧਨ ਹੈ ਕਰਨਾ। ਉਸ ਤੋਂ ਬਾਅਦ ਫਿਰ ਇਸ਼ਨਾਨ ਵਗੈਰਾ। ਇਸ਼ਨਾਨ ਕਰਦਿਆਂ ਵੀ ਸ਼ਬਦ ਪੜ੍ਹਨੇ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਫਿਰ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ। ਫਿਰ ਬਸਤਰ ਬਦਲ ਕੇ ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਅਤੇ ਆਸਣ 'ਤੇ ਬੈਠ ਕੇ
ਗੁਰੂ ਸ਼ਬਦ ਦਾ ਅਭਿਆਸ ਕਰਨਾ। ਔਰ ਘੱਟੋ ਘੱਟ 1.5 ਘੰਟਾ ਸਵੇਰੇ ਅਤੇ ਘੰਟਾ ਸ਼ਾਮ, ਵੱਧ ਆਪੋ ਆਪਣੀ ਸਮਰੱਥਾ ਹੈਗੀ ਹੈ। ਚਾਹੇ 5 ਬਾਣੀਆਂ ਪੜ੍ਹ ਕੇ ਸ਼ੁਰੂ ਕਰ ਲਓ ਅੰਮ੍ਰਿਤਧਾਰੀ ਲਈ। ਐਨ ਇਕਾਗਰ ਚਿੱਤ ਹੋ ਕੇ ਗੁਰ ਸ਼ਬਦ ਦਾ ਅਭਿਆਸ ਕਰਨਾ ਹੈ। ਉਹਦੇ ਵਿੱਚ ਆਪਣੇ ਗੁਰਸਿੱਖਾਂ 'ਚ ਮੂਲ ਮੰਤਰ ਹੈ, ਗੁਰ ਮੰਤਰ ਹੈ। ਮਨ ਨੂੰ ਇਕਾਗਰ ਕਰਨ ਵਾਸਤੇ ਸਾਰੀਆਂ ਇੰਦਰੀਆਂ ਨੂੰ ਸਕੋਚ ਕੇ ਔਰ ਮਨ ਬੁੱਧੀ ਸੰਕਲਪਾਂ ਤੋਂ ਰਹਿਤ ਹੋ ਕੇ ਬੁੱਧੀ ਦੇ ਅੰਦਰ ਵੀ ਪੂਰਾ ਨਿਸ਼ਚਾ, ਦ੍ਰਿੜਤਾ, ਵਿਸ਼ਵਾਸ, ਪਿਆਰ, ਸ਼ਰਧਾ, ਭਗਤੀ ਬਣਾ ਕੇ ਸਾਰੇ ਸੰਕਲਪ ਤਿਆਗ ਕੇ ਜਿਸ ਵੇਲੇ ਫਿਰ ਬੈਠੇ ਜਾਪ ਕਰੇ। ਪਹਿਲਾਂ ਤਾਂ ਰਸਨਾ ਨਾਲ ਹੀ ਹੁੰਦਾ, ਫਿਰ ਹੌਲੀ ਹੌਲੀ ਕੰਠ ਦਾ, ਗਲ ਵਿੱਚ, ਫਿਰ ਉਹ ਹਿਰਦੇ ਵਿੱਚ, ਫਿਰ ਨਾਭੀ 'ਚ। ਜਿਹੜਾ ਰਸਨਾ ਦੌਰਾ ਉਹਨੂੰ ਬੈਖਰੀ ਜਾਪ ਕਹਿ ਦਿੰਦੇ ਆ, ਜਿਹੜਾ ਬੋਲ ਕੇ ਕੀਤਾ ਜਾਂਦਾ। ਫਿਰ ਕੰਠ ਵਿੱਚ ਹੌਲੀ ਹੌਲੀ ਜਿਵੇਂ ਟਿਕ ਟਿਕੀ ਜਿਹੀ ਵੱਜਦੀ, ਫਿਰ ਹਿਰਦੇ 'ਚ ਹੋਰ ਸੂਖਸ਼ਮ, ਉਹ ਕੰਠ ਨੂੰ ਮਧਮਾ ਕਹਿ ਦਿੰਦੇ ਆ, ਹਿਰਦੇ 'ਚ ਉਹਨੂੰ ਪਸ਼ਯੰਤੀ ਕਹਿੰਦੇ ਆ। ਕਿ ਆਪਣੇ ਸਵੈੰਗ ਸਰੂਪ ਨੂੰ ਦੇਖਣ ਦਾ ਯਤਨ ਕਰਨਾ। ਜਿਉਂ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਫਿਰ ਨਾਭੀ, ਇਹਨੂੰ ਪਰਾ ਕਹਿ ਦਿੰਦੇ ਆ। ਇਸ ਤਰ੍ਹਾਂ ਜਾਣੀ ਸੂਖਸ਼ਮ ਅਵਸਥਾ ਹੁੰਦੀ। ਜਿੰਨੇ ਸਾਡੇ ਸਰੀਰ ਦੇ ਰੋਮ ਆ, ਇਹ ਸਮਝੋ ਨਾਭੀ ਤੋਂ ਹੀ ਆ। ਜਦੋਂ ਫਿਰ ਇਸ ਸਥਾਨ 'ਤੇ ਜਾਪ ਦੀ ਅਵਸਥਾ ਹੋ ਜਾਏ, ਫਿਰ ਗੁਰਮੁਖ ਰੋਮ ਰੋਮ ਹਰ ਧਿਆਵੈ, ਫਿਰ ਸਾਰੇ ਰੋਮਾਂ ਦੇ ਵਿੱਚ ਹੀ ਉਹਦਾ ਸੰਚਾਰ ਹੋ ਜਾਂਦਾ। ਇਸ ਵਾਸਤੇ ਫਿਰ ਇਹ ਪਹਿਲਾਂ ਥੋੜ੍ਹਾ ਹਠ ਵੀ ਕਰਨਾ ਪੈਂਦਾ। ਹੁਣ ਸਰਦੀਆਂ ਨੂੰ ਤਾਂ ਉੱਠਣ ਤੋਂ ਵੀ ਆਲਸ ਹੁੰਦੀ ਹੈ, ਨਹਾਉਣ ਤੋਂ ਵੀ ਹੁੰਦੀ ਹੈ, ਇਹ ਬੈਠਣ ਤੋਂ ਵੀ ਹੋ ਜਾਂਦੀ ਹੈ। ਕਿਉਂ ਮਨ ਦਾ ਸੁਭਾਅ ਹੈ ਨਾ ਆਰਾਮ ਪ੍ਰਸਤ। ਚਲੋ ਲੇਟ ਕੇ ਕਰ ਲੈਂਦੇ, ਲੇਟ ਗਿਆ ਫਿਰ ਨੀਂਦ ਆ ਜਾਣੀ। ਨੀਂਦ ਆ ਗਈ ਫਿਰ ਉਹ ਧਾਰਾ ਟੁੱਟ ਜਾਣੀ। ਉਦੋਂ ਫਿਰ ਇਕਾਗਰ ਹੋ ਕੇ ਐਨ ਸਾਵਧਾਨ, ਇਕਾਗਰ ਚੀਤ, ਸਾਵਧਾਨ ਹੋ ਕੇ ਫਿਰ ਜਾਪ ਜਿਹੜਾ ਕਰਨਾ ਪੈਂਦਾ ਹੈ। ਇਹਦੇ ਵਾਸਤੇ ਜੁਦੇ ਜੁਦੇ ਤਰੀਕੇ ਵੀ ਗ੍ਰੰਥਾਂ ਵਿੱਚ ਮਹਾਂਪੁਰਖਾਂ ਨੂੰ ਦੱਸੇ ਆ। ਉਹ ਹੈ ਆਪਣੀ ਆਪਣੀ ਅਵਸਥਾ ਦੇ ਨਾਲ। ਅਤੇ ਬਾਕੀ ਕਈਆਂ ਦਾ ਮਨ ਹੁਣ ਜ਼ਿਆਦਾ ਗੁਰਬਾਣੀ ਪੜ੍ਹਨ 'ਚ ਲੱਗਦਾ। ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਹੈ, ਸ੍ਰੀ ਸੁਖਮਨੀ ਸਾਹਿਬ ਜੀ ਦਾ ਮੂਲ ਮੰਤਰ ਹੈ, ਗੁਰ ਮੰਤਰ ਹੈ। ਫਰਕ ਨਹੀਂ ਕੋਈ। ਸਵਾਲ ਸਿਰਫ ਮਨ ਨੂੰ ਟਿਕਾਉਣ ਦਾ ਹੈ।
ਇਕਾਗਰ ਕਰਨ ਦਾ। ਕਿਉਂ ਜਿਉਂ-ਜਿਉਂ ਬਾਣੀ ਪੜ੍ਹਦੇ ਹਾਂ, ਗੁਰੂ ਸ਼ਬਦ ਦਾ ਅਭਿਆਸ ਕਰਦੇ ਹਾਂ, ਅਤੇ ਹੌਲੀ-ਹੌਲੀ ਫਿਰ ਇਕਾਗਰਤਾ ਜਿਹੜੀ ਵੱਧਦੀ ਜਾਂਦੀ ਹੈ। ਜਿਵੇਂ ਹੁਣ ਪਾਣੀ ਹੈ, ਉਹ ਮੈਲਾ ਹੋਵੇ ਜਾਂ ਹਿੱਲਦਾ ਹੋਵੇ ਅਤੇ ਚਿਹਰਾ ਜਿਹੜਾ ਉਹ ਸਾਫ ਨਜ਼ਰ ਨਹੀਂ ਆਉਂਦਾ। ਅਤੇ ਪਾਣੀ ਸਾਫ ਹੋਵੇ, ਹਿੱਲਦਾ ਨਾ ਹੋਵੇ, ਚਿਹਰੇ ਦੀ ਫੋਟੋ ਸਾਫ ਆਊਗੀ। ਹੁਣ ਫੋਟੋਗ੍ਰਾਫਰ ਵੀ ਹੈ, ਜਦੋਂ ਫੋਟੋ ਖਿੱਚਦੇ ਪੂਰਾ ਲਾਈਟ ਦਾ, ਛਾਂ ਦਾ ਸਾਰਾ ਦੇਖ ਕੇ, ਅਤੇ ਜੇ ਬੇਤਰਤੀਬਾ ਜਿਹਾ ਕਰਨ ਤੋਂ ਚਿੱਤਰ ਵੀ ਸਾਫ ਨਹੀਂ ਆਊਗਾ। ਇਸੇ ਤਰ੍ਹਾਂ ਹੀ ਹੈ, ਮਨ ਬੁੱਧੀ ਪੂਰੀ ਇਕਾਗਰ ਹੋਵੇ, ਚੰਚਲਤਾ ਨਾ ਹੋਵੇ, ਅਤੇ ਮਨ ਦੇ ਅੰਦਰ ਕੋਈ ਗਲਤ ਫੁਰਨੇ ਨਾ ਹੋਣ, ਬਕਾਰ ਦੋਸ਼ ਨਾ ਹੋਵੇ, ਫਿਰ ਉਹ ਮਨ ਜਿਹੜੇ ਹੌਲੀ ਹੌਲੀ ਭਜਨ ਕਰਦਿਆਂ ਕਰਦਿਆਂ ਨਿਰਮਲ ਪਵਿੱਤਰ ਹੋ ਜਾਂਦਾ ਹੈ। ਅਤੇ ਫਿਰ ਇਹਨੂੰ ਮਹਾਰਾਜ ਦੇ ਦਰਸ਼ਨ ਵੀ ਹੋ ਜਾਂਦੇ ਆ। ਆਪਣੇ ਆਪ ਦੀ ਵੀ ਫੀਲਿੰਗ ਹੁੰਦੀ ਹੈ, ਅਨੁਭਵ ਹੁੰਦਾ ਹੈ। ਹੁਣ ਇਹਦੇ ਵਾਸਤੇ ਸਮਾਂ ਤਾਂ ਦੇਣਾ ਹੀ ਪੈਂਦਾ, ਕਿਉਂ ਬਿਨਾਂ ਅਭਿਆਸ ਤੋਂ ਕੋਈ ਗੱਲ ਸਿੱਧ ਨਹੀਂ ਹੁੰਦੀ। ਹੁਣ ਸ਼ਾਸਤਰ ਹੈ, ਜਿਵੇਂ ਵਧੀਆ ਤੋਂ ਵਧੀਆ ਵੀ ਹੋਣ, ਜੇ ਉਹ ਸ਼ਾਸਤਰਾਂ ਦਾ ਵਿੱਦਿਆ ਸਿੱਖੀ ਨਹੀਂ, ਅਭਿਆਸ ਨਹੀਂ ਕੀਤਾ, ਉਹ ਬੰਦੇ ਦੇ ਸਗੋਂ ਬੈਰੀ ਹੈ। ਜਿਹੜਾ ਬੰਦਾ ਟ੍ਰੇਨਿੰਗ ਲੈਂਦਾ, ਉਹਦਾ ਹਥਿਆਰ ਖੋ ਕੇ ਉਹਦਾ ਘਾਤ ਕਰ ਸਕਦਾ ਹੈ। ਹਥਿਆਰ ਆਪਣੀ ਦੂਏ ਦੀ ਰੱਖਿਆ ਲਈ ਹੈ, ਪਰ ਜੇ ਟ੍ਰੇਨਿੰਗ ਨਹੀਂ ਤਾਂ ਹਥਿਆਰ ਵੀ ਬੈਰੀ ਹੈ। ਇਸ ਵਾਸਤੇ ਜਿਹੜਾ ਅਭਿਆਸ ਵਿੱਦਿਆ ਵੀ ਹੈ, ਲਾਇਬ੍ਰੇਰੀਆਂ 'ਚ ਬੇਅੰਤ ਪੁਸਤਕਾਂ ਹੈ, ਹਰ ਤਰ੍ਹਾਂ ਦੀਆਂ, ਧਾਰਮਿਕ ਵੀ ਹੈ। ਜੋ ਵਿੱਦਿਆ ਦਾ ਅਭਿਆਸ ਨਹੀਂ ਅਤੇ ਮੌਕੇ 'ਤੇ ਉਹ ਵਿੱਦਿਆ ਸਾਡੀ ਸਹਾਇਤਾ ਨਹੀਂ ਕਰਦੀ। ਅਤੇ ਜੇ ਉਹ ਅਭਿਆਸ ਕੀਤਾ ਅਤੇ ਜਦੋਂ ਉਸਤਾਦ ਪੁੱਛਿਆ, ਉਸੇ ਵੇਲੇ ਉੱਤਰ ਸਹੀ ਦੇਵੇਗਾ, ਕਿਉਂਕਿ ਹਰ ਗੁਣ ਕੋਈ ਵੀ ਹੈ, ਉਹਦੀ ਪ੍ਰੈਕਟਿਸ, ਉਹਦਾ ਅਭਿਆਸ, ਉਹਦਾ ਮੁਹਾਵਰਾ ਸਿੱਖਣਾ ਪੈਂਦਾ। ਇਸ ਤਰ੍ਹਾਂ ਇਹ ਜਿਹੜਾ ਨਾਮ ਬਾਣੀ ਦਾ ਪੱਖ ਹੈ, ਇਹਦੇ 'ਚ ਵੀ ਮਿਹਨਤ ਕਰਨੀ ਪੈਂਦੀ ਹੈ, ਸਮਾਂ ਵੀ ਦੇਣਾ ਪੈਂਦਾ। ਹੁਣ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਲੈ ਲਓ, ਬੱਚੇ ਦਿਨ ਰਾਤ ਕਿੰਨੀ ਮਿਹਨਤ ਕਰਦੇ ਆ, ਖਾਣਾ ਪੀਣਾ ਵੀ ਭੁੱਲ ਜਾਂਦਾ, ਸਾਰੀ ਸਾਰੀ ਰਾਤ ਜਾਗਦੇ ਆ, ਦੇਸਾਂ ਪ੍ਰਦੇਸਾਂ ਜਾ ਕੇ ਕੰਮ ਵੀ ਕਰਦੇ ਆ, ਪੜ੍ਹਾਈ ਵੀ ਕਰਦੇ ਆ। ਕਿੰਨੀ ਮੁਸ਼ੱਕਤ ਦੇ ਨਾਲ ਉਹ ਇਹ ਦੁਨਿਆਵੀ ਵਿੱਦਿਆ ਵਿੱਚ ਉਹ ਕਾਮਯਾਬ ਹੁੰਦੇ ਆ। ਜਿਹਨੀ ਕੋਈ ਮੈਰਿਟ 'ਤੇ ਜਾਣਾ, ਕੋਈ ਡਿਗਰੀਆਂ ਡਿਪਲੋਮੇ ਲੈਣੇ ਆ, ਬੜਾ ਅਭਿਆਸ ਕਰਨਾ ਪੈਂਦਾ। ਇਹ ਚੀਜ਼ਾਂ ਸਾਰੀਆਂ ਬੁੱਧੀ ਦਿਮਾਗ ਦੇ ਦਾਇਰੇ ਵਿੱਚ ਹੈਗੀਆਂ, ਨਾਲ ਤੰਦਰੁਸਤੀ ਵੀ ਹੋਵੇ, ਦੇਹ ਰੋਗਤਾ ਰਹੇ, ਮਹਾਰਾਜ ਦੀ ਵੀ ਕਿਰਪਾ ਹੋਵੇ, ਖਾਦ ਖੁਰਾਕ ਵੀ ਸਹੀ ਮਿਲਦੀ ਰਹੇ, ਖਰਚਾ ਪਾਣੀ ਵੀ, ਅਤੇ ਪੁਸਤਕਾਂ ਦਾ ਵੀ, ਉਸਤਾਦ ਵੀ ਸਹੀ, ਨਾਲ ਵਿਦਿਆਰਥੀ ਵੀ ਸਹੀ ਹੋਣ, ਫਿਰ ਉਹ ਤਰੱਕੀ ਕਰ ਜਾਂਦਾ ਵਿਦਿਆਰਥੀ। ਅਤੇ ਜੇ ਵਿਦਿਆਰਥੀ ਨਾਲ ਮਾੜੇ ਹੋਣ, ਉਹ ਚੰਗੇ ਨੂੰ ਵੀ ਲੈ ਕੇ ਬਹਿ ਜਾਂਦੇ ਆ, ਮਿਹਨਤ ਕੀਤੀ ਅਜਾਈਂ ਚਲੇ ਜਾਂਦੀ। ਇਸੇ ਤਰ੍ਹਾਂ ਇਹ ਪਰਮਾਤਮਾ ਦੇ ਪਾਸੇ ਵੀ ਹੈ। ਚੰਗੀ ਸੰਗਤ, ਉਹਨੂੰ ਸਤ ਸੰਗਤ ਕਹਿ ਦਿੱਤਾ। ਸਤ ਸੰਗਤ ਗੁਰਹਿ ਬਤਾਈ,
ਗੁਰਾਂ ਨੇ ਦੱਸਿਆ ਵੀ ਸਤ ਸੰਗਤ, ਸਤ ਸੰਗਤ ਕਰਨੇ ਦੇ ਨਾਲ ਫਿਰ ਇਨਸਾਨ ਕੁਦਰਤੀ ਕੋਈ ਸੰਗਤ ਤੋਂ ਬਚ ਜਾਂਦਾ ਹੈ, ਬੁਰੀਆਂ ਆਦਤਾਂ ਤੋਂ ਜਦੋਂ ਬਚਾਅ ਹੋ ਜਾਏ ਫਿਰ ਸੰਗਤ 'ਚ ਆ ਕੇ ਬਾਣੀ ਪੜ੍ਹਨ ਦਾ ਸ਼ੌਕ ਜਾਗਦਾ, ਨਾਮ ਅਭਿਆਸ ਦਾ ਸ਼ੌਕ ਪੈਦਾ ਹੁੰਦਾ, ਸੇਵਾ ਕਰਨ ਦੀ ਲਗਨ ਪੈਦਾ ਹੁੰਦੀ ਹੈ, ਪ੍ਰੇਮ ਸ਼ਰਧਾ ਭਗਤੀ ਦੇ ਪ੍ਰਸੰਗ ਸੁਣਨ ਉਤਸ਼ਾਹ ਹੁੰਦਾ ਕਿ ਪਿਛਲੇ ਯੁਗਾਂ 'ਚ ਫਲਾਣੇ ਮਹਾਂਪੁਰਖ ਹੋਏ ਆ, ਉਹਨੇ ਇਸ ਤਰ੍ਹਾਂ ਕਮਾਈ ਕੀਤੀ, ਜਾਂ ਮੌਜੂਦਾ ਸਮੇਂ ਵਿੱਚ ਐਸੇ ਮਹਾਂਪੁਰਖ ਆ ਜਿਨ੍ਹਾਂ ਨੇ ਕਮਾਈਆਂ ਕਰਕੇ ਕਿੰਨੀਆਂ ਕਿੰਨੀਆਂ ਬਰਕਤਾਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ। ਕਿਉਂਕਿ ਬਰਕਤ ਜਿਹੜੀ ਹੈ ਉਹ ਸੇਵਾ ਅਤੇ ਸਿਮਰਨ ਵਿੱਚ ਵੀ ਪੈਦਾ ਹੋਣੀ ਹੈ। ਸੇਵਾ ਕਰਨ ਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ, ਕੁਦਰਤੀ ਵਰਜਿਸ਼ ਹੁੰਦੀ ਹੈ, ਮਨ 'ਚ ਨਿਮਰਤਾ ਵੀ ਆਉਂਦੀ ਹੈ। ਹੁਣ ਜੋੜੇ ਝਾੜਨੇ, ਜੂਠੇ ਭਾਂਡੇ ਮਾਂਜਣੇ, ਝਾੜੂ ਫੇਰਨਾ, ਪੋਚਾ ਲਾਉਣਾ, ਆਮ ਬੰਦਾ ਤਾਂ ਨਫ਼ਰਤ ਕਰੂਗਾ ਨਾ, ਪਿਤਾ ਜੀ ਜਿਹੜੇ ਕੰਮੀ ਬੰਦੇ ਉਹਨਾਂ ਦਾ ਕੰਮ ਹੈ, ਇਹ ਤਾਂ ਨੌਕਰਾਂ ਚਾਕਰਾਂ ਦਾ ਕੰਮ ਹੈ। ਪਰ ਜੇ ਸਮਝੇ ਕਿ ਮੈਂ ਗੁਰੂ ਕੀ ਸੰਗਤ ਦੇ ਜੋੜੇ ਝਾੜ ਰਿਹਾ, ਭਾਂਡੇ ਸਾਫ਼ ਕਰ ਰਿਹਾ, ਪੋਚਾ ਲਾ ਰਿਹਾ, ਝਾੜੂ ਫੇਰ ਰਿਹਾ, ਕਿਸੇ ਦੇ ਵਸਤਰ ਧੋ ਰਿਹਾ, ਫਿਰ ਮਨ ਦੇ ਵਿੱਚ ਨਿਮਰਤਾ ਪੈਦਾ ਹੋਊਗੀ ਅਤੇ ਆਪਣੀ ਜਿਹੜੀ ਮੈਲ ਉਹ ਧੋ ਹੋਵੇਗੀ। ਕਿਉਂਕਿ ਸੇਵਾ ਦੇ ਨਾਲ ਮਨ ਦੇ ਵਿੱਚ ਨਿਮਰਤਾ ਹੁੰਦੀ ਹੈ, ਇਹ ਭਾਵਨਾ ਪੈਦਾ ਹੁੰਦੀ ਹੈ, ਅਤੇ ਜਿਹਦੇ ਵਿੱਚ ਇਹ ਪ੍ਰੇਮ ਭਗਤੀ ਵਾਲਾ ਭਾਵ ਨਹੀਂ, ਕੋਈ ਹਉਮੈ ਵਾਲੀ ਗੱਲ ਹੈ, ਉਹਦੇ ਲਈ ਜੋੜੇ ਝਾੜਨੇ ਵੀ ਔਖੇ ਹੈ, ਕਿਸੇ ਦੇ ਜੂਠੇ ਭਾਂਡੇ ਮਾਂਜਣੇ ਵੀ ਔਖੇ ਹੈ, ਪੋਚਾ ਲਾਉਣਾ, ਝਾੜੂ ਫੇਰਨਾ ਇਹ ਔਖਾ ਹੈ। ਪਰ ਜਿਨ੍ਹਾਂ ਦੇ ਮਨ 'ਚ ਲਗਨ ਆ ਉਹ ਫਿਰ ਸੇਵਾ ਕਰਦੇ ਆ, ਕਿਉਂਕਿ ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ। ਚਿੱਤ ਲਾ ਕੇ, ਅਤੇ ਜਿਹੜਾ ਬੱਧਾ ਚੱਟੀ ਆ ਉਹ ਤਾਂ ਫਿਰ ਬੱਧਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ, ਨਾ ਉਹ 'ਚ ਗੁਣ ਪੈਦਾ ਹੋਣਾ, ਨਾ ਕੋਈ ਪਰਉਪਕਾਰ ਹੋਣਾ, ਉਹ ਤਾਂ ਇੱਕ ਜਾਬਤਾ ਪੂਰਾ ਕਰਨ ਵਾਲੀ ਗੱਲ ਹੈ, ਟਾਈਮ ਪਾਸ ਕਰਨ ਵਾਲੀ। ਪਰ ਜਦੋਂ ਸੇਵਾ ਵਾਲਾ ਭਾਵ ਪੈਦਾ ਹੋ ਜਾਏ, ਤਾਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬੋਲੀ ਸਾਹਿਬ ਦੀ ਸੇਵਾ ਹੁੰਦੀ ਸੀ, ਟੋਕਰੀਆਂ ਢੋਂਦੇ ਸੀ, ਅਤੇ ਸੋਢੀ ਆ ਗਏ ਲਾਹੌਰ ਤੋਂ, ਜਿਹੜੇ ਉਹਨਾਂ ਦੇ ਕੋਈ ਨਜ਼ਦੀਕੀ ਸੀ, ਅੱਗੇ ਚੱਲੇ ਸੀ ਗੰਗਾ ਦੀ ਯਾਤਰਾ ਨੂੰ, ਕਹਿਣ ਲੱਗੇ ਵੀ ਸਾਡੇ ਬਾਬਾ ਹਰਦਾਸ ਸੋਢੀ ਦੇ ਸੁਪੁੱਤਰ ਭਾਈ ਜੇਠਾ ਜੀ ਇੱਥੇ ਆ, ਚਲੋ ਮਿਲ ਚਲੀਏ ਗੋਇੰਦਵਾਲ। ਜਦੋਂ ਦੇਖਿਆ ਤਾਂ ਬੋਲੀ ਸਾਹਿਬ ਦੀ ਸੇਵਾ ਚੱਲਦੀ, ਅਤੇ ਉਹ ਟੋਕਰਾ ਚੱਕਿਆ ਹੋਇਆ ਸੇਵਾ ਕਰ ਰਹੇ ਸੀ। ਕਹਿਣ ਲੱਗੇ ਜੇਠਿਆ ਵੀ ਤੈਂ ਤਾਂ ਸਾਡੀ ਸੋਢੀਆਂ ਦੀ ਕੁੱਲ ਨੂੰ ਹੀ ਦਾਗ ਲਾ ਦਿੱਤਾ, ਸਾਡੀ ਐਡੀ ਉੱਚੀ ਕੁੱਲ ਸੋਢੀਆਂ ਦੀ, ਇਸ ਘਰ ਦਾ ਤੂੰ ਜਵਾਈ ਆ, ਆਹ ਮਿੱਟੀ ਗਾਰੇ ਦੀਆਂ ਟੋਕਰੀਆਂ ਢੋਣ ਡਿਆ, ਅਤੇ ਨਹੀਂ ਤਾਂ ਜਵਾਈ ਭਾਈ ਆ ਕੇ ਆਪਣੇ ਸਹੁਰੇ ਘਰ ਸਤਿਕਾਰ ਪਿਆਰ ਲੈਂਦੇ ਆ ਕਿ ਅਸੀਂ ਤੇਰਾ ਭਾਂਡਾ ਛਕਿਆ। ਉਹ ਕਹਿੰਦੇ ਤੂੰ ਹੀ ਤਾਜ ਛਕਿਆ, ਅਤੇ ਮੈਂ ਜਦੋਂ ਲਾਹੌਰੋਂ ਆਇਆ ਸੀ ਉਦਣ ਦਾ ਹੀ ਛੇਕ ਆਇਆ, ਤੂੰ ਤਾਂ ਹੁਣ ਛਕਿਆ ਨਾ। ਮੈਂ ਤਾਂ ਜਦੋਂ ਲਾਹੌਰ ਦਾ ਆ ਗਿਆ ਨਾ ਗੋਇੰਦਵਾਲ, ਉਦਣ ਦਾ ਛੇਕ ਕੇ ਹੀ ਆਇਆ ਲੋਕ ਕਲਾ 'ਚ। ਕਿਉਂ ਕਹਿੰਦੇ ਨਾ
ਲੋਕ ਕਟੰਬ ਸਭ ਹੋਂ ਤੇ ਤੋਰੈ ਤੋ ਆਪਨ ਬੇਢੀ ਆਵੈ। ਲੋਕ ਤੇ ਕਟੰਬ ਦੀਆਂ ਬੋਲੀਆਂ ਲੋਕ ਲਾਜ ਤਿਆਗੇ, ਫਿਰ ਪਰਮਾਤਮਾ ਮਿਲਦਾ, ਫਿਰ ਸੇਵਾ ਹੁੰਦੀ ਹੈ। ਜੇ ਅਗਰ ਲੋਕ ਕੀ ਕਹਿਣਗੇ, ਪਰਿਵਾਰ ਦੇ ਕੀ ਕਹਿਣਗੇ, ਫਿਰ ਨਹੀਂ ਹੋਣੀ। ਇਹ ਤਾਂ ਫਿਰ ਇੱਥੋਂ ਟੁੱਟਣਾ ਪੈਣਾ ਨਾ। ਉਹ ਇਸ ਤਰ੍ਹਾਂ ਕਹਿੰਦੇ ਨਾ, ਰਵਿਦਾਸ ਸਾਹਿਬ ਦੇ ਕੋਲ ਇਹ ਕੋਈ ਨਵਾਬ ਆ ਗਿਆ, ਹੈਗਾ ਤਾਂ ਸ਼ਰਧਾਲੂ ਸੀ। ਸੁਣਿਆ ਫਿਰ ਰਵਿਦਾਸ ਸਾਹਿਬ ਮੰਜ਼ਿਲ 'ਤੇ ਪਹੁੰਚੇ ਹੋਏ। ਉਹ ਹੁਣ ਤੁਹਾਨੂੰ ਪਤਾ ਵੀ ਜੋਤੀਆਂ ਗੰਢਣ ਦਾ ਕੰਮ ਕਰਦੇ ਸੀ, ਜੋ ਪਿਤਾ ਪੁਰਖੀ ਉਹਨਾਂ ਦਾ ਵਿਰਸਾ ਸੀਗਾ। ਹਾਰ ਨਹੀਂ ਜੇ ਤੋਪੋ ਨਹੀਂ ਰੰਬੀ ਠਾਓ ਰੂਪੋ, ਬਾਣੀ 'ਚ ਵੀ ਹੈਗਾ। ਅਤੇ ਇਸ ਤਰ੍ਹਾਂ ਉਹ ਪਠਾਨ ਆ ਗਿਆ, ਕਹਿੰਦੇ ਮਹਾਰਾਜ ਕਿਰਪਾ ਕਰ ਦਿਓ। ਅਤੇ ਆਮ ਹੁਣ ਮੋਚੀ ਜਿਹੜੇ ਆ ਉਹਨਾਂ ਕੋਲ ਇੱਕ ਕੁੰਡੀ ਹੁੰਦੀ ਹੈ, ਸਿਲਾ ਹੁੰਦੀ ਹੈ, ਮੂੰਗਲੀ ਇਹ ਹੁੰਦੀ ਹੈ, ਹਾਰ ਹੁੰਦੀ ਹੈ, ਰੰਬੀ ਹੁੰਦੀ ਹੈ, ਇਹ ਸਾਰੀ ਤਰ੍ਹਾਂ ਦਾ ਹੁੰਦਾ ਸਮਾਨ। ਉਹ ਕੁੰਡੀ 'ਚ ਚਮੜਾ ਭੇ ਕੇ ਥੋੜ੍ਹਾ ਜਿਹਾ ਰੰਬੀ ਜੀ ਨੇ ਛਿੱਲ ਛੁੱਲ ਕੇ ਫਿਰ ਕਰਦੇ ਆ। ਕਹਿੰਦਾ ਜੀ ਕਿਰਪਾ ਕਰ ਦਿਓ। ਅੱਛਾ, ਉਹ ਮਹਾਂਪੁਰਖਾਂ ਦਾ ਹੁਣ ਮੌਜ ਹੁੰਦੀ ਹੈ, ਪਰਖਣਾ ਸੀ। ਉਹਨੇ ਉਹ ਕੁੰਡੀ 'ਚੋਂ ਬੁੱਕ ਭਰਿਆ, ਕਹਿੰਦੇ ਘਰ ਬੁੱਕ ਪੀ ਲੈ ਇਹਨੂੰ। ਉਹ ਬੁੱਕ ਤਾਂ ਕਰ ਦਿੱਤਾ, ਅਤੇ ਹੁਣ ਉਹ ਕਲੀਆਂ ਵਾਲਾ ਕੁੜਤਾ ਪਾਇਆ ਸੀ, ਅਤੇ ਮਹਾਂਪੁਰਖ ਵੀ ਬੜੇ ਢੰਗੀ ਹੁੰਦੇ ਆ। ਉਹਨੇ ਉਹ ਬੁੱਕ 'ਚ ਪਾ ਕੇ ਨਾ ਸੀਸ ਨੀਵਾਂ ਜਿਹਾ ਕਰ ਛੱਡਿਆ, ਵੀ ਦੇਖਦੇ ਹੀ ਨਹੀਂ, ਆਪਣੀ ਕਿਤੇ ਲੱਗੇ ਰਹਿ। ਅੱਛਾ, ਹੁਣ ਬੰਦਾ ਹੁਸ਼ਿਆਰੀ ਤਾਂ ਬਹੁਤ ਕਰਦਾ ਨਾ। ਉਹਨੇ ਕਿਹਾ ਵੀ ਇਹਨੇ ਕੀ ਕੀਤਾ, ਮੈਂ ਚੰਗਾ ਇਹਦੇ ਕੋਲ ਫਸ ਗਿਆ। ਹਾਂਜੀ, ਇਹਨੇ ਤਾਂ ਉਹੀ ਕੰਮ ਕੀਤਾ ਮੋਚੀਆਂ ਵਾਲਾ ਜੀ, ਅਤੇ ਮੈਨੂੰ ਆ ਚਮੜੇ ਦਾ ਪਾਣੀ ਬੁੱਕ 'ਚ ਪਾ ਦਿੱਤਾ। ਉਹਨੇ ਕੀਤਾ ਇਹਨੂੰ ਮੂੰਹ ਲਾ ਕੇ ਨਾ ਉਹ ਕਲੀਆਂ ਦੇ ਵਿੱਚ ਪਾਣੀ ਪਾ ਲਿਆ, ਉਵੇਂ ਪੇ ਪੀਨਾ ਆ। ਹਾਂਜੀ, ਅਤੇ ਬੰਦਾ ਹੁਸ਼ਿਆਰ ਬਹੁਤ ਬਣਦਾ ਨਾ, ਪਰ ਇਸ ਘਰ 'ਚ ਹੁਸ਼ਿਆਰੀ ਚੱਲਦੀ ਨਹੀਂ। ਬਹੁਤ ਸਿਆਣਪ ਜੰਮ ਕਾ ਭਉ ਵਿਆਪੈ। ਇੱਥੇ ਦਾ ਭੋਲੇ ਭਾਏ ਮਿਲਿਆ ਰਗ ਰਾਇਆ, ਭੋਲਾ ਭਾਉ ਗੋਬਿੰਦ ਮਿਲਾਵੈ। ਇੱਥੇ ਹੇਰਾ ਫੇਰੀ ਸ਼ੈਤਾਨੀ ਚੱਲਦੀ ਨਹੀਂ। ਉਹ ਰਵਿਦਾਸ ਦਾ ਖਮੋਸ਼ ਹੀ ਰਹਿ, ਆਨੰਦ ਸਰੂਪ 'ਚ ਰਹੇ। ਉਹ ਹੁਣ ਅੱਗੇ ਆਮ ਕਿੱਕਰ ਦੇ ਨਾਲ ਰੰਗ ਰੁੰਗ ਦਿੰਦੇ ਹੁੰਦੇ ਸੀ, ਉਹਦੇ ਸੱਕ ਸੁੱਕ ਜਾਏ ਨਾ। ਅੱਜ ਕੱਲ੍ਹ ਤਾਂ ਹੁਣ ਕਈ ਕੁਝ ਚੱਲ ਪਿਆ, ਮਸ਼ੀਨੀ ਹੋ ਗਿਆ। ਉਹ ਹੁਣ ਉੱਥੋਂ ਦਾ ਆ ਗਿਆ, ਉਹ ਕੁੜਤਾ ਜਿਹੜਾ ਸੀ ਨਾ ਦਾਗ ਪੈ ਗਿਆ। ਅਤੇ ਘਰ 'ਚ ਹੁਣ ਵੱਡਿਆਂ ਲੋਕਾਂ ਦੇ ਸੇਵਾਦਾਰਨੀਆਂ ਹੁੰਦੀਆਂ ਹੀ ਆ, ਨੌਕਰ ਚਾਕਰ। ਉਹ ਬੀਬੀ ਨੂੰ ਕਹਿੰਦੇ ਵੀ ਆਹ ਕੁੜਤਾ ਸਾਫ਼ ਕਰ ਲਿਆ। ਉਹ ਹੁਣ ਸਾਬਣ ਸੋਡਾ ਵਰਤੇ, ਉਹ ਦਾਗ ਲਹੇ ਨਾ। ਹੁਣ ਗਰੀਬ ਆਦਮੀ ਡਰਦਾ ਵੀ ਹੈ, ਮਾੜਾ ਆਦਮੀ। ਕਾਨੂੰਨ ਦਾ ਸਕੰਜਾ ਵੀ ਮਾੜੇ 'ਤੇ ਹੁੰਦਾ, ਤਗੜੇ ਦੀ ਤਾਂ ਆਪਣੀ ਮਰਜ਼ੀ ਕਰ ਜਾਂਦੇ ਆ। ਉਹ ਵਿਚਾਰੀ ਡਰੇ ਵੀ ਜੇ ਦਾਗ ਨਾ ਲੈ ਤਾਂ ਕੁੱਟੂਗਾ ਜਾਂ ਗਾਲਾਂ ਕੱਢੂਗਾ, ਜਾਂ ਮੈਨੂੰ ਨੌਕਰੀ ਤੋਂ ਹਟਾ ਦਊਗਾ, ਫਿਰ ਰੋਟੀ ਬੰਦ ਹੋ ਜਾਊਗੀ। ਗਰੀਬ ਆਦਮੀ ਪੈ ਕਰਦਾ ਹੀ ਆ। ਉਹ ਵਿਚਾਰੀ ਨੇ ਯਤਨ ਤਾਂ ਬੜੇ ਕੀਤੇ, ਦਾਗ ਲਏ ਨਾ। ਉਹ ਜਿਵੇਂ ਹੁਣ ਨਿਆਣੀ ਉਮਰ ਸੀ ਨਾ, ਉਹ ਮੂੰਹ 'ਚ ਪਾ ਕੇ ਚੂਸਣ ਲੱਗ ਪਈ, ਇਸ ਤਰ੍ਹਾਂ ਦਾਗ ਲੈ ਜਾਣ। ਉਹ ਹੁਣ ਉਹਦੇ 'ਚ ਬਖਸ਼ਿਸ਼ ਵਾਲੀ ਖੇਡ ਸੀ। ਉਹ ਜਦੋਂ ਉਹ ਰਸ ਜਿਹਾ ਅੰਦਰ ਗਿਆ ਤਾਂ ਉਹਦੇ ਕੁਆੜ ਖੁੱਲ੍ਹ ਗਿਆ। ਉਹ ਅਵਸਥਾ ਹੀ ਹੋਰ ਹੋ ਗਈ, ਖੁੰਦ ਖੁਮਾਰੀ ਚੜ੍ਹ ਗਈ। ਮਨ ਚੜ੍ਹਿਆ ਦਸਵੇਂ ਆਕਾਸ, ਤਿੱਥੈ ਉਂਗ ਨ ਭੁੱਖ ਹੈ, ਜਿੱਥੇ ਆਤਮ ਰਾਮ ਪ੍ਰਗਾਸ। ਉਹ ਤਾਂ ਦਸ਼ਾ ਹੀ ਹੋਰ ਹੋ ਗਈ। ਉਹ ਕੱਪੜੇ ਸੁਕਾਏ, ਤਹਿ ਲਾਈ ਦਿੱਤੇ। ਉਹ ਹੁਣ ਜਿਹੜਾ ਨਵਾਬ ਸੀ, ਹੈਗਾ ਤਾਂ ਧਾਰਮਿਕ ਹੀ ਸੀ, ਪਰ ਕਈ ਵਿੱਚ ਮਨ 'ਚ ਇਹ ਵੀ ਆ ਜਾਂਦਾ ਨਾ, ਮੈਂ ਨਵਾਬ ਸਾਹਿਬ ਹਾਂ, ਇਹੋ ਜਿਹਾ ਵੀ ਆ ਜਾਂਦਾ ਨਾ ਕਈ ਵਾਰੀ ਵੱਡਿਆਂ ਲੋਕਾਂ ਦੇ।
ਉਹ ਜਿਹੜੇ ਦੇਖਿਆ, ਉਹ ਦੇਖ ਕੇ ਉਹ ਨੌਕਰ ਬੀਬੀ ਨੂੰ ਕਹਿੰਦਾ ਵੀ ਇਹ ਤੇਰੀ ਅਵਸਥਾ। ਉਹ ਡਰੇ ਵਿਚਾਰੀ। ਕਹਿੰਦੇ ਦੱਸ। ਉਹ ਕਹਿੰਦੇ ਮਹਾਰਾਜ ਪਿਆ ਇਸ ਤਰ੍ਹਾਂ, ਆਪ ਜੀ ਨੇ ਕੁੜਤਾ ਸਾਫ਼ ਕਰਨ ਨੂੰ ਦਿੱਤਾ ਸੀ ਕਿ ਉਹ ਬਾਹਾਂ 'ਤੇ ਰੰਗ ਜਿਹਾ ਚੜ੍ਹਿਆ ਸੀ ਵੀ ਮੈਂ ਬੜਾ ਸਾਬਣ ਸੋਡਾ ਵਰਤਿਆ, ਵੀ ਉਹ ਲੈਂਦਾ ਨਾ ਸੀ। ਫਿਰ ਮੈਂ ਪਾਣੀ ਕੱਢ ਕੇ ਉਹਨੂੰ ਮੂੰਹ 'ਚ ਪਾ ਕੇ ਚੂਸਣ ਲੱਗ ਪਏ ਵੀ ਦਾਗ ਜਿਹਾ ਲੈ ਜਾਏ। ਪਤਾ ਨਹੀਂ ਉਹਦੇ 'ਚ ਕੀ ਸੀ। ਉਦੋਂ ਅਵਸਥਾ ਹੋ ਗਈ। ਹੁਣ ਮੱਥੇ 'ਤੇ ਹੱਥ ਮਾਰਦਾ ਵੀ ਮੈਂ ਤਾਂ ਮੌਕਾ ਹੀ ਗਵਾ ਲਿਆ। ਮੌਕਾ ਹੱਥੋਂ ਨਿਕਲ ਗਿਆ। ਇਹਦੇ ਭਾਗ ਜਾਗ ਪਏ। ਉਹ ਰਵਿਦਾਸ ਜੀ ਮਹਾਰਾਜ ਕੋਲ ਆ ਗਿਆ, ਬਹੁਤ ਪਛਤਾਉਂਦਾ। ਕਹਿੰਦੇ ਮਹਾਰਾਜ ਅੰਮ੍ਰਿਤ ਦੇ ਦਿਓ। ਕਹਿੰਦੇ ਭਾਵੇਂ ਸਾਰਾ ਕੂੰਡਾ ਹੀ ਪੀ ਜਾਏ, ਇਹਦੇ 'ਚ ਤਾਂ ਕੁਛ ਨਹੀਂ। ਇਹ ਤਾਂ ਕਹਿੰਦੇ ਉਦੋਂ ਹੀ ਸੀ, ਇਹ ਤਾਂ ਉਸੇ ਵੇਲੇ ਸੀ। ਹੁਣ ਭਾਵੇਂ ਸਾਰਾ ਕੂੰਡਾ ਹੀ ਪੀ ਜਾ, ਹੁਣ ਤਾਂ ਇਹਦੇ 'ਚ ਕੁਛ ਨਹੀਂ। ਗੱਲ ਤਾਂ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਵਿੱਚ ਸੀ, ਹੋਰ ਕੂੰਡਿਆਂ ਕਾਂਡਿਆਂ 'ਚ ਕੀ। ਕਹਿੰਦੇ ਵੀ ਹੁਣ ਨਹੀਂ, ਹੁਣ ਤਾਂ ਮਿਹਨਤ ਕਰਨੀ ਪਊਗੀ, ਕਮਾਈ ਕਰਨੀ ਪਊਗੀ, ਫੇਰ ਕਿਤੇ ਸਮਾਂ ਬਣੇਗਾ, ਮਹਾਂਪੁਰਖਾਂ ਦੀ ਖੁਸ਼ੀ ਹੋਏਗੀ, ਫੇਰ ਉਹ ਕਿਤੇ ਸਮਾਂ ਦੇਣਗੇ। ਉਹ ਹੱਥੋਂ ਲੰਘ ਗਿਆ ਸਮਾਂ। ਇਹ ਭਾਗਾਂ ਨਾਲ ਮਿਲਦਾ। ਹੁਣ ਦੇਖੋ ਅੱਜ ਆਪਾਂ ਸਾਰੇ ਹੀ ਹਾਂ। ਹੁਣ 10 ਪਾਤਸ਼ਾਹ ਉਦੋਂ ਆਏ, ਵਿਸਾਖੀ ਦਾ ਦਿਨ, ਨੰਗੀ ਕਿਰਪਾਨ ਲੈ ਕੇ ਵੀ 5 ਸਿੱਖਾਂ ਦੇ ਸਿਰਾਂ ਦੀ ਲੋੜ ਆ। ਹੁਣ ਇਹ ਰੋਜ਼ ਤਾਂ ਸਮਾਂ ਬਣਨਾ ਹੀ ਨਹੀਂ, ਪਰ ਜਿਹਨੇ ਉਹ ਸੰਭਾਲ ਲਿਆ ਉਹ 5 ਪਿਆਰੇ ਬਣ ਗਏ। ਉਹਨਾਂ ਨੂੰ ਮਹਾਰਾਜ ਨੇ ਆਪਣਾ ਰੂਪ ਦੇ ਦਿੱਤਾ, ਆਪਣੀ ਕਲਾ ਰੱਖ ਦਿੱਤੀ। ਪਰ ਉਸੋਂ ਵੀ ਬਹੁਤ ਬੈਠੇ ਸੀ, ਪਰ ਜਿਹਦਾ ਕਰਮ ਜਾਗਿਆ, ਜਿਹਦੇ ਭਾਗ ਜਾਗੇ, ਸਮਾਂ ਉਹਨੂੰ ਮਿਲਦਾ। ਸਮਾਂ ਮਿਲਦਾ, ਚੋਰ ਨੂੰ ਵੀ ਮਿਲ ਜਾਂਦਾ ਹੈ, ਯਾਰ ਨੂੰ ਵੀ ਮਿਲ ਜਾਂਦਾ, ਜਵਾਰ ਨੂੰ ਵੀ ਮਿਲ ਜਾਂਦਾ, ਸਾਧ ਨੂੰ ਵੀ ਮਿਲ ਜਾਂਦਾ, ਪਰ ਜਿਹਨੇ ਸੰਭਾਲ ਲਿਆ। ਹੁਣ ਤੁਸੀਂ ਕਿੰਨੀ ਸਿਕਿਉਰਿਟੀ ਕਰ ਲਓ, ਬੁਰਾ ਆਦਮੀ ਵੀ ਦਾਲ ਆ ਜਾਂਦਾ। ਦੇਖ ਲਓ, ਬੜੀ ਬੜੀ ਸਿਕਿਉਰਿਟੀ ਵਿੱਚ ਕਤਲ ਹੋ ਜਾਂਦੇ ਆ। ਪੁੰਨ ਮੇ ਵੀ ਸਮਾਂ ਆ, ਪਾਪ ਮੇ ਵੀ ਸਮਾਂ। ਹਾਂਜੀ, ਹੁਣ ਕਈ ਵਾਰੀ ਬੰਦਾ ਕਿੰਨਾ ਵੱਜਦਾ, ਸੱਪ ਵੀ ਡੰਗ ਮਾਰ ਜਾਂਦਾ, ਉਹ ਚੋਪਲੇ। ਇਸ ਤਰ੍ਹਾਂ ਬੁਰੇ ਨੂੰ ਵੀ ਸਮਾਂ ਮਿਲ ਜਾਂਦਾ, ਭਲੇ ਨੂੰ ਵੀ ਮਿਲ ਜਾਂਦਾ, ਪਰ ਜਿਹੜਾ ਬਰਕਤ ਲੈਣ ਦਾ ਸਮਾਂ, ਇਹ ਭਾਗਾਂ ਨਾਲ ਮਿਲਦਾ। ਉਸ ਵੇਲੇ ਜੇ ਕਰਮ ਸਹਾਇਤਾ ਕਰੇ, ਗੁਰੂ ਮਹਾਰਾਜ ਦੀ ਮਿਹਰ ਹੋ ਜਾਏ, ਫਿਰ ਉਹ ਬਖਸ਼ਿਸ਼ ਦਾ ਪਾਤਰ ਬਣਦਾ। ਹੁਣ ਕਬੀਰ ਸਾਹਿਬ ਦੇ ਲੈ ਲਓ, ਬਿਜਲੀ ਖਾਨ ਸ਼ਰਧਾ ਬੜੀ ਰੱਖਦਾ ਸੀ। ਬਲਖ ਬੁਖਾਰੇ ਦਾ ਨਵਾਬ ਉਹ ਆ ਗਿਆ, ਬੜੀ ਸੇਵਾ ਕਰਨੀ ਹਰ ਤਰ੍ਹਾਂ, ਹਰ ਪੱਖੋਂ। ਮਾਤਾ ਜੀ ਕਹਿੰਦੇ ਮਹਾਰਾਜ ਨੂੰ ਕੋਈ ਦੇਣਾ ਚਾਹੀਦਾ। ਉਹ ਕਹਿੰਦੇ ਨਹੀਂ, ਹਾਲੇ ਨਹੀਂ, ਹਾਲੇ ਸਮਾਂ ਨਹੀਂ ਆਇਆ। ਕਹਿੰਦੇ ਨਹੀਂ ਮਹਾਰਾਜ, ਹੁਣ ਤਾਂ ਬਹੁਤ ਸੇਵਾ ਕਰਦਾ। ਕਹਿੰਦੇ ਚੰਗਾ ਫਿਰ। ਜਦੋਂ ਇਹ ਲੰਘੇ ਨਾ ਗਲੀ 'ਚ, ਘਰ ਦਾ ਕੂੜਾ ਕੋਠੇ 'ਤੇ ਚੜ੍ਹ ਕੇ ਇਹਦੇ ਸਿਰ ਵਿੱਚ ਪਾ ਦੇਈ, ਜਿੰਨਾ ਸੁੰਬਰਿਆ ਹੋਵੇ। ਉਹਨੂੰ ਮੈਂ ਕੀਤਾ। ਕਹਿੰਦਾ ਲਓ, ਆਪਣੇ ਰਾਜਧਾਨੀ ਹੁੰਦੇ ਤੂੰ ਕੁਛ ਕਰਦੇ, ਹੁਣ ਕੀ ਕਰਨਾ। ਕਹਿੰਦੇ ਜੋ ਬੋਲੇ ਦੱਸੀ। ਪਹਿਲੇ ਦੱਸਿਆ, ਕਹਿੰਦੇ ਹਾਲੇ ਹੋਂ ਹੈਗੀ ਆ, ਹਾਲੇ ਹੋਮੇ ਦੀ ਬਿੱਲੀ ਬੈਠੀ ਹੈ, ਹਾਲੇ ਨਵਾਬੀ ਦਾ ਕਿਲ੍ਹਾ ਠੋਕਿਆ। ਬਸ ਫੇਰ ਚੱਲਦਾ ਰਿਹਾ ਕੰਮ। ਫਿਰ ਕਹਿੰਦੇ ਐਵੇਂ ਕਰੀ, ਜਿੰਨਾ ਗੰਦ ਗੁੰਦ ਜਿਹਾ ਨਾ, ਉਹ ਗੋਹਾ ਜਿਹਾ ਘੋਲ ਕੇ ਸਾਰਾ ਉੱਤੇ ਪਾ ਦੇਈ। ਜਿਲੇ ਪਾਇਆ, ਕਹਿੰਦੇ ਚਲੋ ਜਾਣਿਆ ਕੀ ਹੋਇਆ, ਵੀ ਆਪਾਂ ਵੀ ਜਾਂਦੇ ਹੀ ਹਾਂ, ਆਪਣਾ ਮੈਲਾ ਮੂਲਾ ਹੁੰਦਾ, ਹੱਥ ਪਾਣੀ ਸਾਬਣ ਨਾਲ ਸਾਫ਼ ਕਰ ਲਈਦੇ, ਨਾਂ ਨੂੰ ਲਈਦਾ, ਠੀਕ ਠਾਕ ਹੋ ਜਾਂਦਾ। ਇਹਦੇ 'ਚ ਕੀ ਆ। ਆਪਣੇ ਬੱਚੇ ਵੀ ਕਈ ਵਾਰੀ ਉੱਤੇ ਕਿਰਿਆ ਕਰੇ ਹੀ ਦਿੰਦੇ ਆ, ਅਤੇ ਉਹਨਾਂ ਨੂੰ ਕੋਈ ਕੁੱਟੀ ਮਾਰੀ ਦਾ ਥੋੜ੍ਹੀ ਆ। ਕਈ ਦਾ ਨਿਆਣਾ ਆ, ਸਾਫ਼ ਸਫਾਈ ਕਰੇ ਲਈਦੀ ਆ, ਕੋਈ ਗੱਲ ਨਹੀਂ।
ਹਾਂਜੀ। ਜਿਲੇ ਫੇਰ ਕਹਿੰਦੇ ਹੁਣ ਕਹਿੰਦੇ ਮਹਾਰਾਜ ਕਹਿੰਦੇ ਬੁਲਾ ਲਓ ਉਹਨੂੰ। ਹੁਣ ਉਹ ਕਿਲ੍ਹਾ ਜਿਹੜਾ ਠੁਕਿਆ ਸੀ ਨਾ ਨਵਾਬੀ ਦਾ ਨਿਕਲ ਗਿਆ, ਹੋਮੇ ਚਲੇ ਗਈ। ਕਿਉਂ ਮਹਾਰਾਜ ਕਹਿੰਦੇ ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸਾ ਇਕੱਠਾ। ਜਿੱਥੇ ਹੋਮੇ ਆ ਉੱਥੇ ਨਾਮ ਨੇ, ਜਿੱਥੇ ਨਾਮ ਆ ਉੱਥੇ ਹੋਮੇ ਨਹੀਂ ਰਹਿੰਦੀ। ਜਿੱਥੇ ਨਾਮ ਆ ਗਿਆ ਫਿਰ ਹੋਮੇ ਦਾ ਨਹੀਂ ਮਤਲਬ ਕੋਈ। ਬਸ ਫਿਰ ਉਹ ਬੁਲਾਇਆ, ਬਸ ਅੱਖਾਂ ਹੀ ਮਲਾਈਆਂ, ਕਿਰਪਾ ਕਰ ਦਿੱਤੀ। ਕਿਉਂਕਿ ਇਹ ਸਮਾਂ ਇੱਕ ਵੱਖਰਾ। ਹੁਣ ਸੰਤ ਹਰਖਵਾਲ ਲੈ ਲਓ ਵੀ ਫੌਜ 'ਚ ਭਰਤੀ ਹੋ ਗਏ, ਉੱਥੇ ਆ ਤੁਹਾਡੇ ਨੇੜੇ ਪਿੰਡ ਹੈ ਨਾ ਲੋਕੇ, ਇੱਥੇ ਦਾ ਜਵਾਲਾ ਸਿੰਘ ਸੂਬੇਦਾਰ ਸੀ, ਉਹ ਫੌਜ 'ਚ ਸੀਗਾ। ਅਤੇ ਹੋਤੀ ਮਰਦਾਂ ਨੂੰ ਫੌਜ ਗਈ। ਬਾਬਾ ਆਇਆ ਸਿੰਘ ਜੀ ਨੂੰ ਕਹਿਣ ਲੱਗੇ ਆਖੇ ਵੀ ਮਹਾਰਾਜ ਕੋਈ ਇੱਧਰ ਫਰੰਟੀਅਰ ਦਾ ਤੁਹਾਡੇ ਦਰਸ਼ਨ ਕਰ ਲੈਂਦੇ ਸਾਡੇ ਪੰਜਾਬ 'ਚ ਕੋਈ ਸੰਤ। ਕਹਿੰਦੇ ਰੰਗਰੂਟ ਆਇਆ ਇੱਕ ਤੇਰੇ ਨਾਂ ਦਾ, ਉਹਨੂੰ ਨਾਲ ਲਿਆਏ ਆਪਣੀ ਅੰਤਰਜਾਮਤਾ ਨਾਲ, ਨਾ ਦੇਖੇ ਨਾ ਸੁਣਿਆ। ਜਿਹੜੇ ਉਹਨੂੰ ਕਿਹਾ ਉਹ ਕਹਿੰਦੇ ਮੈਂ ਤਾਂ ਕਦੀ ਸੰਤਾਂ ਕੋ ਗਿਆ ਨਹੀਂ, ਸੰਗਤ ਨਹੀਂ ਕੀਤੀ। ਅਤੇ ਜਿਹੜੇ ਬਾਬਾ ਜੀ ਨੇ ਪੁੱਛਿਆ ਉਹ ਕਹਿੰਦੇ ਮਹਾਰਾਜ ਤੇ ਹੋ। ਕਹਿੰਦੇ ਉਹਨੂੰ ਕਹਿੰਦੇ ਤੂੰ ਨਹੀਂ ਜਾਣਦਾ, ਅਸੀਂ ਜਾਣਦੇ ਹਾਂ। ਫਿਰ ਉਹ ਅਫਸਰ ਸੀ, ਕਹਿਣਾ ਮੰਨਣਾ ਪੈਣਾ ਸੀ, ਸਿਪਾਹੀ ਰੂਪ 'ਚ ਸੀ ਉਸ ਵੇਲੇ। ਜਿਹੜੇ ਗਏ ਸੰਤਾਂ ਨੇ ਨੇਤਰਾਂ ਨੇਤਰ ਰਲਾਏ, ਉਹ ਬੁੱਧੀ ਤੋਂ ਪੜਦਾ ਚੁੱਕ ਦਿੱਤਾ। ਫਿਰ ਤਾਂ ਬਸ ਚਰਨਾਂ 'ਚ ਸਫਾਲ ਡਿੱਗ ਪਏ, ਡੰਡਵਤ ਪ੍ਰਣਾਮ। ਕਹਿੰਦੇ ਹੁਣ ਮੈਂ ਨੌਕਰੀ ਨਹੀਂ ਕਰਨੀ, ਤੁਹਾਡੀ ਸੇਵਾ ਹੀ। ਕਹਿੰਦੇ ਤੂੰ ਤਾਂ ਕਹਿੰਦੇ ਜਾਣਦਾ ਨਹੀਂ। ਕਹਿੰਦੇ ਹੁਣ ਤਾਂ ਮੈਨੂੰ ਅਨੁਭਵ ਹੋ ਗਿਆ, ਮੈਂ ਕਈ ਜਨਮਾਂ ਤੋਂ ਤੁਹਾਡਾ ਸੇਵਕ ਹਾਂ। ਕਹਿੰਦੇ ਹਾਲੇ 5 ਸਾਲ ਤੇਰੀ ਡਿਊਟੀ ਹੋ ਰਿਹਾ, ਫੇਰ ਆਈ। ਇਸ ਕਰਕੇ ਮਤਲਬ ਇਹ ਆ ਕਿ ਜਿਵੇਂ ਦੀਵਾ ਬੱਤੀ ਤਿਆਰ ਹੋਏ ਨਾ, ਮਾੜੀ ਜਿਹੀ ਤੀਲੇ ਹੀ ਲਾਉਣੀ ਹੁੰਦੀ ਹੈ। ਕਈਆਂ ਦੀ ਕਮਾਈ ਇੰਨੀ ਪਿਛਲੀ ਹੈ, ਉਹ ਫਿਰ ਥੋੜ੍ਹੇ ਨਾਲ ਹੀ ਕੰਮ ਜਾਗ ਪੈਂਦਾ। ਇਸ ਕਰਕੇ ਫਿਰ ਇਹ ਹੈ ਵੀ ਇਹ ਹੈਗੀ ਆ ਦ੍ਰਿਸ਼ਟੀ ਜਿਹੜੀ ਹੈ, ਇਹਨੂੰ ਕਹਿੰਦੇ ਨਦਰੋ ਨਦਰ ਨਿਹਾਲ। ਨਦਰ ਹੋ ਜਾਣੀ ਅਤੇ ਫਿਰ ਨਿਹਾਲ ਹੋ ਜਾਣਾ। ਹੁਣ ਦ੍ਰਿਸ਼ਟੀ 'ਚ ਬਲ ਬਹੁਤ ਆ। ਹੁਣ ਸ਼ੇਰ ਦੇ ਨਾਲ ਕੋਈ ਅੱਖ ਰਲਾ ਸਕਦਾ? ਪਹਿਲਾਂ ਤਾਂ ਡਰਦਾ ਕੋਈ ਜਾਊਗਾ ਹੀ ਨਹੀਂ। ਜੇ ਕਿਤੇ ਲੈ ਗਿਆ ਤਾਂ ਆਮ ਦਾ ਹਾਰਟ ਹੀ ਫੇਲ ਹੋ ਜਾਊਗਾ। ਦੇਖ ਲਓ ਉਹਦੀਆਂ ਅੱਖਾਂ 'ਚ ਵੀ ਬਲ ਬਹੁਤ ਆ, ਕਿਉਂ ਭੈ ਦਾ ਇੱਕ ਜਾਨਵਰ ਆ ਨਾ। ਸ਼ੇਰ ਕਾਹਦਾ, ਮੌਤ ਹੀ ਆ ਦੂਏ ਦੀ। ਪਰ ਇਹ ਆ ਵੀ ਜਿਹੜੀ ਮਹਾਂਪੁਰਖਾਂ ਦੀ ਦ੍ਰਿਸ਼ਟੀ ਦੇਖ ਲਓ, ਉਹਦੇ 'ਚ ਵੀ ਬੜੀ ਸ਼ਕਤੀ ਹੈ। ਦ੍ਰਿਸ਼ਟੀ 'ਚ ਬਲ ਬਹੁਤ ਆ। ਸਮਰੱਥ ਪੁਰਸ਼ ਜਿਹੜੇ ਹੈਗੇ, ਹੁਣ ਦੇਖੋ ਮਹਾਰਾਜ 8ਵੇਂ ਪਾਤਸ਼ਾਹ ਹੁਣ ਜਾ ਰਿਹਾ ਦਿੱਲੀ ਨੂੰ, ਰਾਹ 'ਚੋਂ ਘੋੜਾ ਉਹ ਰੋਈ ਜਾਂਦਾ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਕੋਹੜ ਹੋਇਆ, ਕਿਰਪਾ ਕਰੋ। ਮਹਾਰਾਜ ਨੇ ਦ੍ਰਿਸ਼ਟੀ ਕੀਤੀ, ਆਪਣਾ ਮੁਖਾਰਬਿੰਦ ਸਾਫ਼ ਕਰਨ ਨਾਲ ਰੁਮਾਲ ਸਿੱਟਦਾ। ਕਹਿੰਦੇ ਫੇਰ ਲਾ ਪਿੰਡੇ 'ਤੇ, ਸਾਰਾ ਕੋਹੜ ਕੱਢ ਚਲੇ ਗਿਆ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠਿਆ ਸਭ ਦੁੱਖ ਜਾਏ। ਫੇਰ ਦੇ ਲਓ ਉੱਥੇ ਪੰਜੋਖਰਾ ਸਾਹਿਬ ਗਏ, ਉੱਥੇ ਮਹਾਰਾਜ ਨੇ ਆਪਣੇ ਹੱਥਾਂ ਨਾਲ ਨਿਸ਼ਾਨ ਸਭ ਕੱਢਿਆ। ਕਹਿੰਦੇ ਸਭ ਸੰਗਤ ਇੱਥੋਂ ਮੁੜ ਜਾਓ ਵਾਪਸ। ਸੰਗਤ ਜਾਵੇ ਨਾ, ਪਿਆਰ ਬਹੁਤ ਵੀ ਨਾਲ ਹੀ ਜਾਣਾ। ਕਹਿੰਦੇ ਬਸ ਜਿਹੜਾ ਇੱਥੇ ਆ ਕੇ ਸੁਖਣਾ ਸੁਖੇਗਾ, ਉਹਦੀ ਸਭ ਸੁਖਣਾ ਪੂਰੀ ਹੋਊਗੀ। ਵਰ ਦੇ ਦਿੱਤਾ। ਉੱਥੇ ਹਰੀ ਲਾਲ ਪੰਡਤ ਬੜਾ ਵਿਦਵਾਨ, ਉਹ ਕਹਿੰਦੇ ਅੱਗੇ ਤਾਂ ਦੁਆਪਰ ਯੁੱਗ 'ਚ ਅਵਤਾਰ ਦਾ ਨਾਂ ਕ੍ਰਿਸ਼ਨ ਜੀ ਸੀ। ਇਹ ਕੱਲ੍ਹ ਦੇ ਹਾਲੇ ਜਵਾਕ ਆ ਤੇ ਨਹੀਂ ਆਪਣਾ ਨਾਂ ਰੱਖ ਲਿਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਉਹਨੀ ਤਾਂ ਗੀਤਾ ਆਚਾਰੀ ਸੀ ਕੁਰੂਕਸ਼ੇਤਰ ਦੇ ਮੈਦਾਨ ਅਰਜਨ ਨੂੰ ਗਿਆਨ ਦੇਣ ਲਈ। ਇਹ ਗੀਤਾ ਦੇ ਅਰਥ ਸੁਣਾ ਦੇਣ। ਪੰਡਤ ਦੇ ਮਨ 'ਚ ਹਕਾਰ ਇਹ। ਉਹ ਮਹਾਰਾਜ ਦੇ ਗੁਰਸਿੱਖਾਂ ਗੱਲ ਆ ਗਈ, ਮਹਾਰਾਜ ਬੇਨਤੀ ਕੀਤੀ। ਮਹਾਰਾਜ ਕਹਿੰਦੇ ਉਹਨੂੰ ਕਹੋ ਵੀ ਜਿੱਥੋਂ ਕਹੋ ਉਤੋਂ ਕਰਾ ਦਿੰਦੇ ਹਾਂ। ਵੀ ਜੇ ਅਸੀਂ ਕੀਤੇ ਕਹੂਗਾ ਵੀ ਪੜ੍ਹੇ ਹੋਣਗੇ। ਉਹ ਛੱਜੂ ਝੀਰ, ਕਮਲਾ, ਬੋਲਾ, ਗੂੰਗਾ, ਪਾਗਲ,
ਬਾਬਰੀਆਂ ਖਿਲਰੀਆਂ, ਲਾਲਾਂ ਮੂੰਹ 'ਚੋਂ ਚੋਣ। ਉੱਥੇ ਵਿਚਾਰਾ ਘੁੰਮਦਾ ਹੁੰਦਾ ਸੀ, ਉਹਨੂੰ ਫੜ ਲਿਆ ਅਤੇ ਮਹਾਰਾਜ ਆਪਣੇ ਹਸਤ ਕਮਲ ਫੁੱਲਾਂ ਵਾਲੀ ਸੋਟੀ ਰੱਖਦੇ ਹੁੰਦੇ ਸੀ, ਫੁੱਲ ਬੰਨੇ ਹੁੰਦੇ। ਉਹ ਤਾਂ ਬਹਾਨਾ, ਬਰਕਤ ਤਾਂ ਉਹਨਾਂ ਦੀ ਆਪਣੀ ਹੁੰਦੀ ਹੈ, ਚਾਹੇ ਹਸਤ ਕਮਲ ਰੱਖ ਦੇਣ, ਚਾਹੇ ਸੋਟੀ ਨਾ ਕਰਨ, ਚਾਹੇ ਤੀਰ ਨਾ ਕਰ ਦੇਣ, ਜਾਂ ਵੈਸੇ ਕਰ ਦੇਣ। ਗੱਲ ਉਹਨਾਂ ਦੀ ਰੂਹਾਨੀਅਤ ਦੀ ਹੁੰਦੀ ਹੈ। ਉਹ ਜਿਹੜੇ ਰੱਖੀ, ਉਹਦੇ ਸਾਰੇ ਦੋਸ਼ ਵੀ ਦੂਰ ਕਰਤੇ, ਪਾਗਲਪਨ ਵੀ ਦੂਰ ਕਰਤਾ, ਗੁੰਗਪੁਣਾ ਵੀ ਦੂਰ ਕਰਤਾ, ਬੋਲਾਪੁਣਾ ਵੀ ਦੂਰ ਕਰਤਾ, ਕੁਆੜ ਖੋਲ੍ਹਤੇ। ਉਹ ਕਹਿੰਦੇ ਪੰਡਤ ਸਾਹਿਬ ਕਿਹੜੇ ਸਲੋਕ ਦੇ ਅਰਥ ਪੁੱਛਣੇ ਆ? ਪੰਡਤ ਇੱਕ ਬੋਲੇ, ਉਹ ਮੋਰੇ ਚਾਰ ਚਾਰ ਬੋਲੇ। ਵੇਦਾਂ ਦੀ ਗੱਲ ਕਰਨੀ ਹੈ, ਸ਼ਾਸਤਰਾਂ ਦੀ ਕਰਨੀ ਆ, ਪੁਰਾਣਾਂ ਦੀ ਕਰਨੀ, ਸਿਮਰਤੀਆਂ ਦੀ ਕਰਨੀ ਆ, ਗੀਤਾ ਦੀ, ਭਾਗਵਤ ਪੁਰਾਣ ਦੀ ਕਰਨੀ, ਕਿਹੜੀ ਕਰਨੀ ਗੱਲ ਮੇਰੇ ਨਾਲ? ਹਾਂਜੀ, ਉਹਦੇ ਅੰਦਰੋਂ ਸਾਰਾ ਸਫੁਰਨ ਹੋ ਗਿਆ। ਦਿਵ ਦ੍ਰਿਸ਼ਟੀ, ਇਹ ਆ ਦ੍ਰਿਸ਼ਟੀ ਮਹਾਰਾਜ ਦੀ। ਪੰਡਤ ਡਿੱਗ ਪਿਆ ਚਰਨਾਂ 'ਚ, ਮਹਾਰਾਜ ਬਖਸ਼ ਲਓ। ਮਹਾਰਾਜ ਕਹਿੰਦੇ ਪੰਡਿਤ ਜੀ, ਇੱਕ ਸੱਪ ਹੁੰਦਾ, ਉਹ ਹਨੇਰੇ ਵਿੱਚ ਮਣੀ ਰੱਖ ਲੈਂਦਾ, ਖੁਸ਼ ਹੋ ਕੇ ਟੱਪੀ ਜਾਂਦਾ, ਉਹ ਰੇਤੇ 'ਚ ਮਣੀ ਗੁਆਚ ਜਾਂਦੀ ਹੈ, ਉਹਦੇ ਵਿਯੋਗ 'ਚ ਹੀ ਮਰ ਜਾਂਦਾ। ਇੱਕ ਸੱਪ ਹੁੰਦਾ, ਉਹ ਮਣੀ ਰੱਖਦਾ, ਉਹਦੇ ਪ੍ਰਕਾਸ਼ ਨਾਲ ਕੀੜੇ ਮਕੌੜੇ ਆਉਂਦੇ ਆ, ਖਾ ਕੇ ਢਿੱਡ ਭਰਦਾ। ਇੱਕ ਸੱਪ ਹੁੰਦਾ, ਚੰਦਨ ਵਿੱਚ ਚਾਂਦੀ ਮਣੀ 'ਚੋਂ ਰਸ ਨਿਕਲਦਾ ਅੰਮ੍ਰਿਤ, ਉਹ ਚੱਟ ਕੇ ਜ਼ਹਿਰ ਖਰਦਾ। ਇਸ ਤਰ੍ਹਾਂ ਪੰਡਿਤ ਜੀ, ਇਹ ਤਿੰਨ ਤਰ੍ਹਾਂ ਦੀ ਵਿੱਦਿਆ ਹੁੰਦੀ ਹੈ। ਇੱਕ ਤਾਂ ਤੇਰੇ ਵਰਗੇ ਮੂਰਖ ਹੈ, ਪੰਡਤ ਰੋਵੈ ਗਿਆਨ ਗਵਾਏ, ਉਹ ਗਿਆਨ ਗਵਾ ਕੇ ਰੋਂਦੇ ਆ। ਰਾਵਣ ਪੜ੍ਹਿਆ ਤਾਂ ਸੀਗਾ, ਗਿਆਨ ਸਿੱਧੇ ਪਾਸੇ ਨਹੀਂ ਨਾ ਵਰਤਿਆ, ਅਤੇ ਰੋਣਾ ਹੀ ਪਿਆ ਨਾ। ਕੀ ਕੁਛ ਹੋਇਆ? ਇੱਕ ਹੈਗੇ ਆ ਵਿੱਦਿਆ ਦੇ ਬਲ ਨਾਲ ਲੋਕਾਂ ਦੇ ਪ੍ਰਭਾਵ ਪਾ ਕੇ ਮਾਇਆ ਪਦਾਰਥ ਇਕੱਠੇ ਕਰ ਲੈ, ਉਹ ਫਿਰ ਕੀੜੇ ਖਾਣ ਤੋਂ ਲਈ ਆ। ਇੱਕ ਹੈਗੇ ਆ, ਉਹ ਵਿੱਦਿਆ ਅਭਿਆਸ ਤੋਂ ਕ੍ਰੀਤੀਆਂ ਛੱਡ ਕੇ ਨਾਮ ਅਭਿਆਸ ਕਰਦੇ ਆ, ਨਾਮ ਰੂਪੀ ਅੰਮ੍ਰਿਤ ਦਾ ਸਵਾਦ ਚੱਖਦੇ ਆ, ਉਹ ਆਪਣੇ ਹਿਰਦੇ ਨੂੰ ਸ਼ਾਂਤ ਕਰਦੇ ਆ। ਵਿੱਦਿਆ ਜਿਹੜੀ ਇੱਕ ਤਾਂ ਹੱਡ ਚੁਰੁੰਡ ਨਹੀਂ, ਜਿਵੇਂ ਕੁੱਤਾ ਹੱਡ ਚੁਰੁੰਡ ਦਾ ਲਾਹੀਦਾ ਤਾਂ ਕੁਛ ਨਹੀਂ, ਐਵੇਂ ਵਤੰਡਾਵਾਦ ਝਗੜੇ ਕਰੀ ਜਾਣੇ ਪੜ੍ਹ ਕੇ। ਇੱਕ ਹੈਗੇ ਆ ਗੋਸ਼ਤ ਖਾਣੀ, ਪਦਾਰਥ ਇਕੱਠੇ ਕਰਕੇ ਖਾਣੇ। ਇੱਕ ਵਿੱਦਿਆ ਹੈਗੀ ਆ, ਵਿੱਦਿਆ ਵਿਚਾਰੀ ਅਤੇ ਪਰਉਪਕਾਰੀ, ਦੂਏ 'ਤੇ ਪਰਉਪਕਾਰ ਕਰਨਾ। ਪੰਡਤ ਫਿਰ ਚਰਨਾਂ 'ਚ ਡਿੱਗ ਪਿਆ ਹਰੀ ਲਾਲ ਕਿ ਮਹਾਰਾਜ ਮੈਂ ਤਾਂ ਇਹ ਪੜ੍ਹ ਪੜ੍ਹਾ ਕੇ ਹੰਕਾਰ 'ਚ ਰਿਹਾ, ਕਿਰਪਾ ਕਰੋ। ਕਹਿੰਦੇ ਪੰਡਿਤ ਜੀ, ਵਿੱਦਿਆ ਮਾੜੀ ਨਹੀਂ, ਵਿੱਦਿਆ ਤੋਂ ਗਿਆਨ ਲੈ ਕੇ ਪਹਿਲੇ ਆਪਣੇ ਮਨ ਨੂੰ ਵੀ ਗਿਆਨ ਦੇਣਾ, ਫਿਰ ਦੂਜਿਆਂ ਨੂੰ ਸੋਝੀ ਦੇਣੀ ਹੈ। ਇਸ ਵਾਸਤੇ ਫਿਰ ਤਾਂ ਹੈਗਾ, ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ ਜਗ ਜੀਵੈ। ਇਉਂ ਆ। ਅਤੇ ਦੇਖ ਲਓ ਫਿਰ ਉਹ ਦਾਸ ਬਣ ਗਿਆ। ਫਿਰ ਦਿੱਲੀ ਚਲੇ ਗਏ, ਉੱਥੇ ਹੈਜਾ ਬਹੁਤ ਫੈਲ ਗਿਆ, ਡਾਕੀ ਇੰਨੀਆਂ ਮੌਤਾਂ ਕੰਟਰੋਲ ਨਾਲ। ਫਿਰ ਰਾਜਾ ਜੈ ਸਿੰਘ ਸਵਾਈ ਬੇਨਤੀ ਕੀਤੀ, ਆਪਣੇ ਬੰਗਲੇ ਮਹਿਲਾਂ 'ਚ ਉਤਾਰਾ ਕਰਾਇਆ ਸੀ ਨਾ ਮਹਾਰਾਜ ਦਾ, ਉਹ ਮਹਿਲ ਫਿਰ ਮਹਾਰਾਜ ਨੂੰ ਸੌਂਪ ਦਿੱਤੇ ਉਹਨੂੰ। ਉਹ ਬੰਗਲਾ ਕਰਕੇ ਉਹ ਗੁਰਦੁਆਰੇ ਦੇ ਨਾਂ ਹੀ ਬੰਗਲਾ ਸਾਹਿਬ ਪੈ ਗਿਆ। ਇੱਥੇ ਰਾਜੇ ਜੈ ਸਿੰਘ ਦੇ ਮਹੱਲ ਸੀਗੇ, ਜੈਪੁਰੀ ਰਾਜੇ ਦੇ ਮਹੱਲ ਮਹਾਰਾਜ ਨੂੰ ਸੌਂਪ ਦਿੱਤੇ ਨਾ। ਮਹਾਰਾਜ ਨੇ ਚਰਨ ਪਾਏ ਕਰਕੇ ਮਹੱਲ ਕਹਿ ਦਿਓ, ਬੰਗਲਾ ਕਹਿ ਦਿਓ, ਗੱਲ ਇੱਕੋ ਹੀ ਆ। ਤੂੰ ਉਹਦਾ ਨਾਮ ਬੰਗਲਾ ਸਾਹਿਬ ਪੈ ਗਿਆ, ਤਾਂ ਬੰਗਲਾ ਨਾਮ ਪਿਆ ਉਹਦਾ ਮਹਾਰਾਜ। ਅਤੇ ਪਾਤਸ਼ਾਹ ਦੇਖ ਲਓ, ਉੱਥੇ ਕੁੰਡ ਸੀ, ਸ੍ਰੀ ਜਪਜੀ ਸਾਹਿਬ ਪਾਠ ਕੀਤਾ, ਹਾਂਜੀ, ਅਤੇ ਉਹ ਜਲ ਜਿਹੜਾ ਪੀ ਜਾਏਗਾ ਉਹਦਾ ਹੈ ਜਾਂ ਨਹੀਂ ਰਹੂਗਾ। ਅਤੇ ਅੱਜ ਵੀ ਦੇਖ ਲਓ ਸੰਗਤਾਂ ਸ਼ਰਧਾ ਨਾਲ ਉਹ ਜਲ ਛਕਦੇ ਆ।
ਮਹਾਰਾਜ ਕਿਰਪਾ ਕਰਦੇ ਆ ਜਿਨ੍ਹਾਂ ਦੀ ਭਾਵਨਾ ਹੈ। ਇਸ ਵਾਸਤੇ ਇਹ ਸਾਰੀ ਚੀਜ਼ ਦ੍ਰਿਸ਼ਟੀ ਵਿੱਚ ਹੈ। ਚਾਹੇ ਜਲ 'ਤੇ ਪਾ ਦੇਣ, ਰੀਠੇ 'ਤੇ ਪਾਤੀ ਉਹਨੂੰ ਮਿੱਠਾ ਕਰਤਾ, ਦ੍ਰਿਸ਼ਟੀ ਵਿੱਚ ਉਹਨਾਂ ਦੇ ਬਰਕਤ। ਦ੍ਰਿਸ਼ਟੀ ਸਾਰਿਆਂ ਦੀ ਹੈ। ਹਾਂਜੀ, ਕਿਸੇ ਅਮੀਰ ਦੀ ਦ੍ਰਿਸ਼ਟੀ ਹੋ ਜਾਏ, ਕੰਗਾਲ ਨੂੰ ਅਮੀਰ ਬਣਾ ਦੂਗਾ। ਹਾਂਜੀ, ਵਿਦਵਾਨ ਦੀ ਦ੍ਰਿਸ਼ਟੀ ਪੈ ਜਾਏ, ਕਿਸੇ ਨੂੰ ਗਿਆਨ ਦੇ ਕੇ ਉਹਨੂੰ ਵਿਦਵਾਨ ਬਣਾ ਦੂਗਾ। ਬੁਰੇ ਬੰਦੇ ਦੀ ਦ੍ਰਿਸ਼ਟੀ ਪੈ ਜਾਏ, ਉਹ ਪੁੱਠੇ ਪਾਸੇ ਲਾ ਦੇਗਾ। ਅਤੇ ਗੁਰੂ ਮਹਾਰਾਜ ਦੀ ਮਹਾਂਪੁਰਖਾਂ ਦੀ ਦ੍ਰਿਸ਼ਟੀ ਪੈ ਜਾਏ ਅਤੇ ਜਨਮ ਜਨਮਾਂਤਰਾਂ ਦੇ ਝੇੜੇ ਜਿਹੜੇ ਮੁਕਾ ਦਿੰਦੇ ਆ, 83 ਲੱਖ ਜੂਨਾਂ 'ਚੋਂ ਮੁਕਤ ਕਰ ਦਿੰਦੇ ਆ। ਇਸ ਵਾਸਤੇ ਇਹ ਗੁਰੂ ਮਹਾਰਾਜ ਦੀ ਐਸੀ ਦ੍ਰਿਸ਼ਟੀ ਹੈ। ਹੁਣ ਦੇਖੋ, ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ। ਪੂਰੇ ਗੁਰੂ ਸੱਜਣ ਠਾਕ ਤੇ ਕੌਡੇ ਰਾਖ ਭੂਮੀਆਂ ਚੋਰ, ਦ੍ਰਿਸ਼ਟੀ ਪਈ ਮਹਾਰਾਜ ਦੀ, ਸੰਤ ਬਣਾਤੇ। ਜੀਵਨ ਹੀ ਘੰਟਾ ਹੀ ਬਦਲ ਕੇ ਰਾਤਾ। ਲੋਕ ਵੀ ਹੈਰਾਨ ਹੋ ਜਾਂਦੇ ਵੀ ਕੱਲ੍ਹ ਕੀ ਸੀ, ਅੱਜ ਕੀ ਹੋ ਗਿਆ। ਉਹ ਕਹਿੰਦੇ ਕਿਵੇਂ ਹੋ ਗਿਆ। ਇਹ ਗੱਲ ਆਮ ਲੋਕਾਂ ਦੀ ਸਮਝ ਤੋਂ ਬਾਹਰ ਆ ਕਿ ਜਿਹਦੇ ਨਾਲ ਉਹ ਪਾਰਸ ਕਲਾ ਵਰਤੀ ਜਾਂ ਤਾਂ ਉਹ ਜਾਣਦਾ, ਤਾਂ ਜਿਨ ਵਰਤਾਈ ਮਹਾਰਾਜ ਨੇ ਸੱਚੇ ਪਾਤਸ਼ਾਹ। ਇਸ ਕਰਕੇ ਇਹ ਹੈ ਵੀ ਗੁਰੂ ਮਹਾਰਾਜ ਦੀ ਮਹਾਂਪੁਰਖਾਂ ਦੀ ਜਿਹੜੀ ਦ੍ਰਿਸ਼ਟੀ ਹੈ, ਉਹਦੇ 'ਚ ਇਤਨਾ ਵੱਡਾ ਬਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।